गुड मॉर्निंग प्यारे बच्चों। अज आप पढ़ांगे पाठ नंबर 5 8वीं क्लास वहम भरम। लेखक है ਗਿਆਨੀ ਗੁਰਦੀਪ ਸਿੰਘ। ਮੇਰੇ ਪਿੰਡ ਦੇ ਲੋਕ ਵਹਿਮਾਂ ਭਰਮਾਂ ਵਿੱਚ ਬੜਾ ਯਕੀਨ ਰੱਖਦੇ ਹਨ। ਹਰ ਕੰਮ ਤੋਂ ਪਹਿਲਾਂ ਸਗਨਾਂ ਅਪਸਗਨਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਕੰਮ ਕਿਹੜੇ ਭਲੇ ਵੇਲੇ ਚੰਗੇ ਸਗਨ ਹੋਣ 'ਤੇ ਠੀਕ ਹੋ ਸਕਦੇ ਹਨ। ਇਹ ਸਮੱਸਿਆ ਬਣੀ ਹੀ ਰਹਿੰਦੀ ਹੈ। ਜੇ ਕਿਧਰੇ ਕੰਮ ਨਾ ਹੋਵੇ, ਕੋਈ ਔਰ ਪੈ ਜਾਵੇ, ਰੁਕਾਵਟ ਪੈ ਜਾਵੇ, ਉਸ ਦੇ ਕਾਰਨਾਂ ਜਾਂ ਵਕਤ ਖੁੰਝ ਜਾਣ ਵਾਲੀਆਂ ਗੱਲਾਂ ਨੂੰ ਧਿਆਨ ਵਿੱਚ ਲਿਆਉਣ ਦੀ ਥਾਵੇਂ ਇਹ ਖੋਜ ਕੀਤੀ ਜਾਂਦੀ ਹੈ ਕਿ ਇਸ ਕੰਮ ਦੇ ਆਰੰਭ ਸਮੇਂ ਹੀ ਕੋਈ ਕੁਸਗਨ ਤਾਂ ਨਹੀਂ ਹੋਇਆ ਸੀ। ਜਦੋਂ ਆਪਾਂ ਸਲਾਹਾਂ ਕਰਦੇ ਸੀ, ਜਾਣੇ ਖਣੇ ਕੁੱਤੇ ਨੇ ਉਦੋਂ ਹੀ ਕੰਨ ਮਾਰੇ। ਮੇਰਾ ਤਾਂ ਉਸ ਵੇਲੇ ਮੱਥਾ ਠਣਕ ਗਿਆ ਸੀ ਕਿ ਹੁਣ ਕੰਮ ਨਹੀਂ ਹੋਣਾ। ਘਰਵਾਲੀ ਭਗਵਾਨ ਆਪਣੀ ਸਿਆਣਪ ਨਾਲ ਸਿਰ ਦੇ ਸਾਈਂ ਦੀ ਅਸਫਲਤਾ ਦੀ ਚਿੰਤਾ ਦਾ ਬੋਝ ਹੌਲਾ ਕਰਨ ਦਾ ਯਤਨ ਕਰਦੀ ਹੈ। ਇੱਕ ਗੱਲ ਥੋੜ੍ਹਿਆ ਮੈਂ ਅਜੇ ਦਿਹੜੀਆਂ ਹੀ ਟੱਪਿਆ ਸੀ। ਰੰਗੜਾਂ ਦੀ ਕੁੜੀ ਨੇ ਠਾ ਛਿੱਕ ਮਾਰੀ। ਮੈਂ ਉੱਥੇ ਹੀ ਖੜੇ ਪੈਰ ਮੁੜ ਆਇਆ। ਜਦੋਂ ਖਾਸਾ ਚਿਰ ਪੈਰ ਮਲ ਕੇ ਘਰੋਂ ਨਿਕਲ ਕੇ ਅਗਾਂਹ ਗਿਆ ਤਾਂ ਸੌਂਦੇ ਦੀ ਕੁੜੀ ਅੱਗੋਂ ਖਾਲੀ ਟੋਕਰਾ ਲਈ ਆਉਂਦੀ ਟੱਕਰ ਪਈ। ਮੇਰੇ ਮਨ ਵਿੱਚ ਤਾਂ ਗੱਲ ਉਦੋਂ ਹੀ ਖੁੜਕ ਗਈ ਸੀ ਕਿ ਮੁਕੱਦਮਾ ਹੱਕ ਵਿੱਚ ਨਹੀਂ ਹੋਣਾ। ਘਰ ਵਾਲਾ ਖਾਵੰਦ ਆਪਣੀ ਰੂਹ ਹੌਲੀ ਤੇ ਨਿਰਾਸ਼ਤਾ ਸਾਂਝੀ ਕਰਨ ਲਈ ਅੱਗੋਂ ਇਉਂ ਕਹਿ ਕੇ ਮਨ ਹੌਲਾ ਕਰ ਲੈਂਦਾ ਹੈ। ਅੱਗੇ ਇਸ ਤਰ੍ਹਾਂ ਡੂੰਘੀਆਂ ਵਿਚਾਰਾਂ ਕਰਦਿਆਂ ਕਾਰਜ ਨਾ ਹੋਣ ਦੇ ਕਾਰਨ ਲੱਭ ਕੇ ਆਪਣੇ ਮਨ ਉੱਤੇ ਨਿਰਾਸ਼ਤਾ ਦੇ ਅਸਰ ਧੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੋਈ ਕੰਮ ਸੁੱਧ ਹੋ ਜਾਵੇ, ਫਿਰ ਉਸ ਪੱਖ ਦੇ ਪ੍ਰਮਾਣ ਇਕੱਠੇ ਕਰ ਲਏ ਜਾਂਦੇ ਹਨ। ਕੰਮ ਸ਼ੁਰੂ ਹੀ ਬੁੱਧਵਾਰ ਨੂੰ ਹੋਇਆ ਸੀ। ਜੇਕਰ ਹੋ ਜਾਂਦਾ ਕੰਮ, ਫਿਰ ਕੰਮਾਂ ਬਾਰੇ ਵਿਚਾਰ ਕੀਤੀ ਜਾਂਦੀ ਵੀ ਕਿਉਂ ਸਿਰੇ ਚੜ੍ਹਿਆ। ਕੰਮ ਸ਼ੁਰੂ ਹੀ ਬੁੱਧਵਾਰ ਨੂੰ ਕੀਤਾ ਸੀ, ਕਿਉਂ ਨਾ ਠੀਕ ਹੁੰਦਾ। ਬੁੱਧ ਕੰਮ ਸੁੱਧ, ਸਿਆਣਿਆਂ ਨੇ ਕਿਤੇ ਐਵੇਂ ਥੋੜ੍ਹੇ ਆਖਿਆ ਹੈ। ਰਾਤ ਨੂੰ ਸਲਾਹ ਕਰਦਿਆਂ ਤਾਏ ਨੇ ਕਿਹਾ, ਰਾਤ ਨੂੰ ਸਲਾਹ ਨਹੀਂ ਕਰੀਦੀ, ਮਾੜੀ ਹੁੰਦੀ ਹੈ। ਮੈਂ ਗੱਲ ਉੱਥੇ ਹੀ ਛੱਡ ਦਿੱਤੀ। ਸਵੇਰੇ ਉੱਠ ਕੇ ਤਾਏ ਕੋਲ ਬਾਹਰਲੇ ਘਰ ਗਿਆ। ਉੱਥੋਂ ਹੀ ਬਾਹਰੋਂ ਬਾਪੂ ਆ ਗਿਆ। ਗੱਲ ਇਹੋ ਜਿਹੀ ਹੋਈ ਬਈ ਪੌ 12 ਹੀ ਪੈਂਦੇ ਗਏ। ਕਿਸੇ ਚੰਗੇ ਸੈਂਤ ਦੀ ਗੱਲ ਸੀ। ਪਤਾ ਨਹੀਂ ਕਿਧਰੇ ਅਚਨਚੇਤੀ ਢੋ ਮੇਲ ਜੁੜਿਆ। ਪੂਰੇ ਦੀ ਠੰਡੀ ਹਵਾ ਵਗਦੀ ਸੀ। ਇੱਕ ਸੱਪ ਤੇ ਨਿਓਲਾ ਆਪਸ ਵਿੱਚ ਲੜਦੇ ਆਪਣੇ ਵਾੜੇ ਮੂਹਰੇ ਆ ਗਏ। ਤਾਇਆ ਕਹਿੰਦਾ, ਜਾ ਕੰਮ ਰਾਸ ਹੈ। ਸਲਾਹ ਕਰਦਿਆਂ ਵੇਲੇ ਜੇ ਸੱਪ ਤੇ ਨਿਓਲਾ ਲੜਨ ਤਾਂ ਇਹ ਸਗਨ ਸਭ ਤੋਂ ਚੰਗਾ ਹੁੰਦਾ ਹੈ। ਅੱਗੇ ਹੈ ਇਸ ਤਰ੍ਹਾਂ ਚੰਗੇ ਮੰਦੇ ਕੰਮਾਂ ਦੇ ਹੋਣ ਦੇ ਸਗਨ ਨਾਲ ਨੱਥੀ ਕਰਕੇ ਸਿੱਟੇ ਕੱਢੇ ਜਾਂਦੇ ਹਨ। ਪਿੰਡ ਦਾ ਚੌਧਰੀ ਜਾਂ ਨੰਬਰਦਾਰ ਪਿੰਡ ਦਾ ਮੁਖੀਆ ਹੁੰਦਾ ਹੈ। ਜੇ ਕਿਸੇ ਸ਼ੁਭ ਕੰਮ ਕਰਨ ਜਾਂਦੇ ਦੇ ਪਹਿਲੇ ਉਹ ਮੱਥੇ ਲੱਗ ਜਾਵੇ ਤਾਂ ਮਾੜਾ ਮੰਨਿਆ ਜਾਂਦਾ ਹੈ। ਰਸਤੇ ਵਿੱਚ ਖਾਲੀ ਟੋਕਰਾ ਜਾਂ ਸੱਖਣਾ ਭਾਂਡਾ ਲਈ ਆਉਂਦੀ ਕੋਈ ਜਣੀ ਮਿਲ ਜਾਵੇ, ਕਿਸੇ ਗਿਰਾਂ ਵਾਂਢੇ ਜਾਣ ਵਾਲਾ ਝੱਟ ਵਾਪਸ ਪਰਤ ਆਉਂਦਾ ਹੈ ਕਿ ਇਸ ਕੁਸਗਨ ਕਰਕੇ ਹੁਣ ਕੰਮ ਰਾਸ ਨਹੀਂ ਆਉਣਾ। ਛੋਟੇ ਬੱਚਿਆਂ ਦੀਆਂ ਦੁੱਧ ਦੀਆਂ ਦੰਦੀਆਂ ਜਦੋਂ ਉਖੜਨੀਆਂ ਸ਼ੁਰੂ ਹੁੰਦੀਆਂ ਹਨ। ਜੇ ਰਾਤ ਹੋਵੇ ਤਾਂ ਚੰਨ ਵੱਲ, ਜੇ ਦਿਨ ਹੋਵੇ ਤਾਂ ਸੂਰਜ ਵੱਲ ਮੂੰਹ ਕਰਾ ਕੇ ਬੱਚਿਆਂ ਤੋਂ ਅਖਵਾਇਆ ਜਾਂਦਾ ਹੈ, ਸੂਰਜਾ ਪੁਰਾਣਾ ਦੰਦ ਲੈ ਜਾ, ਨਵਾਂ ਦੰਦ ਦੇ ਜਾ। ਆਖੇ ਇਸ ਤਰ੍ਹਾਂ ਦੀ ਪ੍ਰਾਰਥਨਾ ਨਾਲ ਨਵੇਂ ਦੰਦ ਛੇਤੀ ਹੀ ਆ ਜਾਂਦੇ ਹਨ।
ਵਿਆਹ ਸ਼ਾਦੀਆਂ ਵੇਲੇ ਬੜੇ ਧਿਆਨ ਨਾਲ ਸਾਹ ਸੁਧਾਇਆ ਜਾਂਦਾ ਹੈ। ਕਿਹੜੇ ਦਿਨ ਦਾ ਯੋਗ ਜੁੜਦਾ ਹੈ, ਕਿਸ ਦਿਨ ਧਰਤੀ ਅਸਮਾਨ ਦਾ ਸੰਜੋਗ ਹੈ ਆਦਿ ਖਾਸ ਖਿਆਲ ਰੱਖਣ ਵਾਲੇ ਸੰਕੇਤ ਹਨ। ਕਿਧਰੇ ਲਾੜਾ ਮੰਗਲੀਕ ਤਾਂ ਨਹੀਂ, ਕਿਸੇ ਸਿਤਾਰੇ ਦਾ ਕਿਹੜੇ ਵੇਲੇ ਅਸਰ ਪੈਣਾ ਹੈ, ਪਾਂਧਾ ਪੱਤਰੀ ਦੇਖ ਕੇ ਖਾਸ ਸਮਾਂ ਮੁਕਰਰ ਕਰਦਾ ਹੈ। ਨਰਕ ਤੱਕ ਬੰਦੇ ਨੂੰ ਕਿਤੇ ਸੌਖਾ ਜਿਹਾ ਥੋੜ੍ਹੇ ਅਪੜਨ ਦਿੱਤਾ ਜਾਂਦਾ ਹੈ। ਜਿਉਂਦੇ ਜੀਵ ਲਈ ਹਰ ਤਰ੍ਹਾਂ ਦੀ ਹੀਮ ਕੀਮ ਤੇ ਤੋਂ ਬਚਣ ਵਾਸਤੇ ਕਿਸੇ ਸਿਆਣੇ ਭਾਈ ਤੋਂ ਸ਼ਬਦ ਲਿਖਾ ਕੇ ਤਾਂਬੇ ਅਤੇ ਚਾਂਦੀ ਦੇ ਤਵੀਜ਼ ਵਿੱਚ ਮੜਾ ਗਲਾਂ ਵਿੱਚ ਪਾਏ ਜਾਂਦੇ ਹਨ। ਜੇ ਕਿਸੇ ਟੱਬਰ ਦੇ ਜੀਅ ਦਾ ਸਿਰ ਦੁਖੇ, ਕਿਸੇ ਦੀ ਹੋਰ ਖਰਾਬੀ ਕਾਰਨ ਤਬੀਅਤ ਨਾਸਾਜ਼ ਹੋ ਜਾਵੇ, ਤਕੀਏ ਵਾਲੇ ਸਾਈਂ ਤੋਂ ਗੋਗਲ ਕਰਾ ਉਸ ਨੂੰ ਕੋਰੇ ਚੱਪਣ ਵਿੱਚ ਪਾ ਕੇ ਪਹਿਲਾਂ ਧੂਣੀ ਦਿੱਤੀ ਜਾਂਦੀ ਹੈ। ਫਿਰ ਪਾਣੀ ਉੱਤੇ ਮੰਤਰ ਪੜ੍ਹਾ ਕੇ ਉਸ ਦੇ ਛਿੱਟੇ ਦਿੱਤੇ ਜਾਂਦੇ ਹਨ। ਅਖੇ ਇਹ ਕਰਾਇਆ ਹੋਇਆ ਪਾਣੀ ਸਭ ਪੀੜਾਂ ਹਰ ਦਿੰਦਾ ਹੈ। ਅੱਧਾ ਸਿਰ ਦੁਖੇ ਤਾਂ ਪੁੜਪੜੀਆਂ ਨੂੰ ਠਿਕਰੀਆਂ ਨਾਲ ਘੁੱਟ ਕੇ ਮੰਤਰ ਪਾਠ ਕੀਤਾ ਜਾਂਦਾ ਹੈ। ਇਹ ਮੰਤਰ ਕਿਹੋ ਜਿਹਾ ਹੁੰਦਾ ਹੈ, ਇਸ ਦੀ ਜਾਣਕਾਰੀ ਦੀ ਲੋੜ ਨਹੀਂ ਸਮਝੀ ਜਾਂਦੀ। ਜਿਸ ਨੇ ਮੰਤਰ ਪੜ੍ਹਨਾ ਹੁੰਦਾ ਹੈ, ਉਸ ਦੇ ਹੱਥ ਜਸ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਅਮਕੇ ਬੰਦੇ ਦੇ ਤਾਂ ਬਸ ਫੂਕ ਮਾਰਨ ਦੀ ਘੋਲ ਹੈ। ਝੱਟ ਸਿਰ ਪੀੜ ਹਟ ਜਾਂਦੀ ਹੈ। ਨਵਾਂ ਘਰ ਬਣਨ ਸਾਰ ਝੱਟ ਕਾਲਾ ਤਪਲਾ, ਤੌੜੀ ਅਤੇ ਟੁੱਟਿਆ ਛਿੱਤਰ ਬਨੇਰੇ ਉੱਤੇ ਟੰਗ ਦਿੰਦੇ ਹਨ ਤਾਂ ਜੋ ਮਕਾਨ ਸੋਹਣਾ ਲੱਗਣ ਤੇ ਕਿਸੇ ਦੀ ਭੈੜੀ ਨਜ਼ਰ ਨਾ ਲੱਗ ਜਾਵੇ। ਨਜ਼ਰ ਦੇ ਡਰ ਤੋਂ ਹੀ ਛੋਟੇ ਛੋਟੇ ਬੱਚਿਆਂ ਦੇ ਵਾਲ ਵਾਹ ਕੇ ਸੁਰਮਾ ਪਾ ਤਵੇ ਦੀ ਕਾਲਖ ਜਾਂ ਹਾਰੇ ਦੀ ਸੁਆਹ ਦਾ ਮੱਥੇ ਤੇ ਟਿੱਕਾ ਲਾ ਦਿੰਦੇ ਹਨ। ਛੋਟੇ ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਇੱਕ ਮੋਟਾ ਤੇ ਭੱਦਾ ਜਿਹਾ ਕਾਲਾ ਪੱਥਰ, ਜਿਸ ਨੂੰ ਨਜ਼ਰ ਬੱਟੂ ਕਹਿੰਦੇ ਹਨ, ਮੜ ਕੇ ਗਲ ਵਿੱਚ ਪਾ ਦਿੰਦੇ ਹਨ। ਕਈ ਵਾਰ ਇਸ ਕਰਾਏ ਹੋਏ ਤਾਗੇ ਨਾਲ ਚਾਂਦੀ ਦੀ ਤਲਵਾਰ ਦਾ ਚਿੰਨ੍ਹ ਤੇ ਸ਼ੇਰ ਦੀ ਜਾੜ ਵੀ ਮੜਾ ਕੇ ਅੜੁੰਗ ਦਿੱਤੀ ਜਾਂਦੀ ਹੈ। ਛੋਟੇ ਬੱਚਿਆਂ ਲਈ ਚਿਮਟਾ ਖੁਰਚਣਾ ਪਰਾਤ ਵਿੱਚ ਧੋ ਕੇ ਪਾਣੀ ਪਿਆਉਣ ਤੇ ਛਿੜਕਣ ਨਾਲ ਵੀ ਕਹਿੰਦੇ ਹਨ ਨਜ਼ਰ ਦਾ ਅਸਰ ਦੂਰ ਹੋ ਜਾਂਦਾ ਹੈ। ਕਹਿੰਦੇ ਹਨ ਸੱਪ ਦਾ ਡੰਗਿਆ ਬੰਦਾ ਬਚ ਰਹਿੰਦਾ ਹੈ, ਪਰ ਨਜ਼ਰ ਦਾ ਡੰਗਿਆ ਨਹੀਂ ਬਚਦਾ। ਨਜ਼ਰ ਤਾਂ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ। ਹਫ਼ਤੇ ਦੇ 7 ਦਿਨ ਆਪਣੇ ਚੰਗੇ ਮੰਦੇ ਫਲਾਂ ਕਾਰਨ ਵੱਖਰੀ ਵੱਖਰੀ ਮਹੱਤਤਾ ਦੇ ਲਖਾਇਕ ਮੰਨੇ ਜਾਂਦੇ ਹਨ। ਮੰਗਲਵਾਰ ਜਾਂ ਐਤਵਾਰ ਨੂੰ ਸਿਰ ਨਹਾਉਣ ਪਿੱਛੋਂ ਕਿਸੇ ਬਾਲ ਬੱਚੇ ਨੂੰ ਪੁੱਠੇ ਤਵੇ ਦੀ ਸੁਆਹ ਬੁੱਲ੍ਹਾਂ ਨੂੰ ਮਲੇ ਬਿਨਾਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਖਿਆਲ ਹੈ ਕਿ ਇਸ ਤਰ੍ਹਾਂ ਇਸ ਦਿਨ ਇੱਲ ਬਲਾ ਦੂਰੋਂ ਭੱਜ ਕੇ ਚਿੰਬੜਦੀ ਹੈ, ਪਰ ਇਹ ਕਾਲਾ ਧੱਬਾ ਦੇਖ ਕੇ ਨੇੜੇ ਨਹੀਂ ਆਉਂਦੀ। ਜੇ ਭੂਤ ਦਾ ਡਰ ਹੋਏ, ਸੀਵਿਆਂ ਵਿੱਚ ਦੀ ਲੰਘਣਾ ਪਵੇ, ਤਾਂ ਬੱਚੇ ਹੱਥਾਂ ਵਿੱਚ ਲੋਹੇ ਦੇ ਕਿੱਲ ਫੜ ਲੈਂਦੇ ਹਨ। ਕਹਿੰਦੇ ਹਨ ਲੋਹੇ ਦੇ ਨੇੜੇ ਚੁੜੇਲਾਂ ਨਹੀਂ ਆਉਂਦੀਆਂ। ਸਰਕਾਰ ਦੇ ਕਾਨੂੰਨ ਨੇ ਤਾਂ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਦਿੱਤਾ ਹੈ, ਪਰ ਪਿੰਡਾਂ ਦੇ ਸਾਹੂਕਾਰ ਇਸ ਦਿਨ ਹੱਟੀਆਂ ਦੀਆਂ ਚੌਕੜੀਆਂ ਉੱਤੇ ਇਸ ਲਈ ਪੋਚਾ ਫੇਰਦੇ ਹਨ ਕਿ ਇਉਂ ਹਫ਼ਤਾ ਭਰ ਗਾਹਕੀ ਚੰਗੀ ਪੈਂਦੀ ਰਹਿੰਦੀ ਹੈ। ਸੋਮਵਾਰ ਚੰਗਾ ਦਿਨ ਮੰਨਿਆ ਗਿਆ ਹੈ। ਸੋਮਵਾਰੀ ਮੱਸਿਆ ਤੇ ਜੇ ਕਿਧਰੇ ਉਹ ਵੀ ਚੇਤ ਜਾਂ ਭਾਦਰੋਂ ਦੀ ਆ ਜਾਵੇ ਤਾਂ ਦੂਰ ਨੇੜੇ ਦੇ ਤੀਰਥਾਂ ਅੱਗੇ ਸੋਮਵਾਰ ਚੰਗਾ
ਦਿਨ ਮੰਨਿਆ ਗਿਆ ਹੈ। ਸੋਮਵਾਰੀ ਮੱਸਿਆ ਅਤੇ ਜੇ ਕਿਧਰੇ ਉਹ ਵੀ ਚੇਤ ਜਾਂ ਭਾਦਰੋਂ ਦੀ ਆ ਜਾਵੇ ਤਾਂ ਦੂਰ ਨੇੜੇ ਦੇ ਤੀਰਥਾਂ ਉੱਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਬੁੱਢੀਆਂ ਦੇ ਜੱਥਿਆਂ ਦੇ ਜੱਥੇ ਵਹੀਰਾਂ ਪਾ ਦਿੰਦੇ ਹਨ। ਸੋਮਵਾਰ ਨੂੰ ਮੰਜੀ ਬੁਣਨ ਦਾ ਉਦਘਾਟਨ ਕਰ ਲੈਣਾ ਵੀ ਬੜਾ ਲਾਹੇਵੰਦ ਹੈ। ਮੰਗਲਵਾਰ ਬਾਰੇ ਇੱਕ ਅਖਾਣ ਮਸ਼ਹੂਰ ਹੈ। ਮੰਗਲਵਾਰ ਨੂੰ ਤਾਂ ਭਾਈ ਟੋਬੇ ਵਿੱਚ ਮੈਂ ਦਾ ਮਤਲਬ ਮੱਝ ਵੀ ਸਿਰ ਨਹੀਂ ਭਿਉਂਦੀ। ਨਾਲ ਹੀ ਮੰਗਲਵਾਰ ਨੂੰ ਮਰਨ ਦਿਨ ਵੀ ਮੰਨਿਆ ਗਿਆ ਹੈ। ਨਵੇਂ ਘਰ ਦੀ ਇਸ ਦਿਨ ਨੀਂਹ ਧਰਨੀ ਚੰਗੀ ਸਮਝੀ ਜਾਂਦੀ ਹੈ। ਇੱਟਾਂ ਦੇ ਆਵੇ ਜਾਂ ਭੱਠੇ ਨੂੰ ਅੱਗ ਦੇਣ ਲਈ ਇਸ ਦਿਨ ਦਾ ਵਿਚਾਰ ਸ਼ੁਭ ਹੈ। ਪਰ ਮੰਗਲਵਾਰ ਤੇ ਬੁੱਧਵਾਰ ਨੂੰ ਪਹਾੜ ਵੱਲ ਜਾਣਾ ਕੁਸ਼ਗਨ ਮੰਨਿਆ ਗਿਆ ਹੈ। 7 ਦਿਨਾਂ ਤੋਂ ਇਲਾਵਾ ਕੁਝ ਦਿਨ ਹੋਰ ਵੀ ਹਨ ਜਿਨ੍ਹਾਂ ਦੀ ਮਹੱਤਤਾ ਅਤੇ ਉਹਨਾਂ ਬਾਰੇ ਵਹਿਮ ਭਰਮ ਵਿਲੱਖਣ ਹਨ। ਜਿਵੇਂ ਲੋਹੜੀ ਤੋਂ ਦੂਜਾ ਬਾਹੀ ਤੇ ਤੀਜਾ ਦਿਨ ਤੇਹੀ ਦਿਨ ਕਿਹਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਵਿਚਾਰ ਹੈ ਅਖੇ ਕਿਸੇ ਨੂੰ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੀਦਾ। ਜੇ ਇਸ ਦਿਨ ਅਗਲੇ ਦੇ ਮੰਜੇ ਦੀ ਬਾਹੀ ਦੱਬੀ ਜਾਵੇ, ਮੰਜੇ ਉੱਤੇ ਬੈਠ ਜਾਵੇ ਕੋਈ, ਤਾਂ ਉਸ ਦੇ ਘਰ ਫਿਰ ਸਾਰਾ ਸਾਲ ਪ੍ਰਾਹੁਣੇ ਆਉਂਦੇ ਰਹਿੰਦੇ ਹਨ। ਅੱਗੇ ਪੰਜ ਕਲਿਆਣੀ ਪੰਜ ਕਲਿਆਣੀ ਮੱਝ ਬਾਰੇ ਲਿਖਿਆ ਹੈ। ਜਿਸ ਦੇ ਚਾਰੇ ਖੁਰ ਚਿੱਟੇ ਹੋਣ ਤੇ ਮੱਥੇ ਉੱਤੇ ਚਟਾਕ ਫੁੱਲ ਹੋਵੇ, ਭਾਗਾਂ ਵਾਲੀ ਮੰਨੀ ਜਾਂਦੀ ਹੈ। ਜੇ ਕਾਲੇ ਰੰਗ ਦੀ ਮੈਂਹ ਦੀ ਪੂੰਛ ਦਾ ਚੌਰ ਵੀ ਕਾਲਾ ਹੋਵੇ ਤਾਂ ਉਸ ਘਰ ਵਾਧਾ ਨਹੀਂ ਹੁੰਦਾ। ਜੇ ਘੋੜੀ ਜਾਂ ਘੋੜੇ ਦੇ ਮੱਥੇ ਉੱਤੇ ਚਿੱਟਾ ਚਟਾਕ ਫੁੱਲ ਹੋਵੇ ਤਾਂ ਤਾਰੇ ਵਾਲਾ ਘੋੜਾ ਲੈ ਡੁੱਬੇਗਾ ਬੇੜਾ ਦੇ ਅਖਾਣ ਮੁਤਾਬਕ ਸਾਰੀ ਕੁੱਲ ਲਈ ਨੁਕਸਾਨਦੇਹ ਸਮਝਿਆ ਜਾਂਦਾ ਹੈ। ਪਸ਼ੂ ਖਰੀਦਣ ਵੇਲੇ ਗੋਹਾ ਕਰੇ ਤਾਂ ਚੰਗਾ ਹੈ, ਮੂਤ ਦੇਵੇ ਤਾਂ ਮਾੜਾ ਹੁੰਦਾ ਹੈ। ਲਵੇਰਾ ਖਰੀਦਣ ਵੇਲੇ ਭਰੇ ਥਣੀ ਘਰ ਲਿਆਉਣਾ ਲਾਭਕਾਰੀ ਸਮਝਿਆ ਜਾਂਦਾ ਹੈ। ਨਵੇਂ ਖਰੀਦੇ ਪਸ਼ੂ ਨੂੰ ਘਰ ਲਿਆ ਕੇ ਸਭ ਤੋਂ ਪਹਿਲਾਂ ਕਾਂਸੀ ਦੇ ਭਾਂਡੇ, ਛੰਨੇ ਜਾਂ ਥਾਲੀ ਵਿੱਚ ਚਾਂਦੀ ਦਾ ਕੋਈ ਗਹਿਣਾ ਪਾ ਕੇ ਸੁੰਘਾ ਦਿੰਦੇ ਹਨ। ਨਾਲ ਹੀ ਉਸ ਦੇ ਮੂਹਰੇ ਛੋਲੇ ਰੱਖ ਦਿੱਤੇ ਜਾਂਦੇ ਹਨ ਤਾਂ ਜੋ ਪਸ਼ੂ ਛੋਲਿਆਂ ਦੇ ਲਾਲਚ ਹੀ ਚਾਂਦੀ ਨੂੰ ਮੂੰਹ ਮਾਰ ਲਵੇ। ਨਾਲੇ ਪਹਿਲਾਂ ਛੋਲੇ ਪਾਉਣੇ ਉਂਝ ਵੀ ਤਾਂ ਚੰਗੇ ਹੁੰਦੇ ਹਨ। ਇਉਂ ਸਾਉਣ ਦੇ ਮਹੀਨੇ ਘੋੜੀ, ਮਾਘ ਦੇ ਮਹੀਨੇ ਵਿੱਚ ਮੈਂਹ, ਭਾਦੋਂ ਵਿੱਚ ਸੂਈ ਗਾਂ ਘਰ ਵਿੱਚ ਰੱਖਣੀ ਉਂਝ ਚੰਗੀ ਨਹੀਂ ਸਮਝੀ ਜਾਂਦੀ। ਅਸਮਾਨ ਉੱਤੇ ਬਿਜਲੀ ਕੜਕਦੀ ਹੋਵੇ, ਸਿਆਣੀਆਂ ਬੁੜੀਆਂ ਮਾਮੇ ਭਾਣਜੇ ਨੂੰ ਝੱਟ ਵੱਖ-ਵੱਖ ਕਰ ਦਿੰਦੀਆਂ ਹਨ। ਖਿਆਲ ਹੈ ਕਿ ਮਾਮੇ ਭਾਣਜੇ ਉੱਤੇ ਬਿਜਲੀ ਮੱਲੋ ਜੋਰੀ ਹੀ ਆ ਡਿੱਗਦੀ ਹੈ। ਹਾਲਾਂਕਿ ਇਹ ਘਟਨਾ ਕਿਸੇ ਨੇ ਕਿਧਰੇ ਵਾਪਰੀ ਸੁਣੀ ਦੇਖੀ ਨਹੀਂ। ਦੁਸਹਿਰੇ ਵਾਲੇ ਦਿਨ ਗਰੁੜ ਦਾ ਦਿਸਣਾ ਚੰਗਾ ਵਰ੍ਹਾ ਚੜ੍ਹਨ ਦਾ ਸ਼ੁਭ ਸ਼ਗਨ ਹੁੰਦਾ ਹੈ। ਕਹਿੰਦੇ ਹਨ ਗਰੁੜ ਉੱਤੇ ਭਗਵਾਨ ਆਪ ਸਵਾਰੀ ਕਰਦੇ ਹਨ। ਜਿਸ ਦੇ ਚੰਗੇ ਭਾਗ ਹੋਣ ਉਸ ਕੋਲ ਭਗਵਾਨ ਇਸ ਦਿਹਾੜੇ ਗਰੁੜ ਨੂੰ ਭੇਜਦੇ ਹਨ। ਉੱਲੂ ਦਿਨੇ ਦਿਸੇ ਤਾਂ ਮਾੜਾ ਮੰਨਿਆ ਜਾਂਦਾ ਹੈ, ਰਾਤ ਨੂੰ ਦਿਸੇ ਤਾਂ ਚੰਗਾ। ਕਹਿੰਦੇ ਹਨ ਕਿ ਇਸ ਦੇ ਆਪਣੇ ਖੰਭ ਨਹੀਂ, ਪੰਛੀਆਂ ਤੋਂ ਮੰਗਵੇਂ ਖੰਭ ਲਏ ਹੁੰਦੇ ਹਨ। ਇਸ ਲਈ ਦਿਨੇ ਇਸ ਨੂੰ ਖੰਭਾਂ ਵਾਲੇ ਪੰਛੀ ਦੇਖ ਕੇ ਨਹੀਂ ਸੁਖਾਉਂਦੇ। ਇਸ ਕਰਕੇ ਦਿਨੇ ਇਹਦੇ ਖੰਭ ਖੋਹਣ ਲੱਗ ਜਾਂਦੇ ਹਨ। ਇਹ ਰਾਤ ਨੂੰ ਹੀ ਬਾਹਰ ਨਿਕਲਦਾ ਹੈ। ਰਾਤਾਂ ਨੂੰ ਬਿੱਲੀ ਦਾ ਬੋਲਣਾ ਮਾੜਾ ਸਮਝਦੇ ਹਨ। ਲੋਕਾਂ ਦੇ ਵਿਚਾਰ ਸ਼ਾਸਤਰ ਅਨੁਸਾਰ ਬਿੱਲੀ ਮਾਰਨੀ ਮਹਾਂ ਪਾਪ ਹੈ। ਵਿਚਾਰ ਹੈ ਕਿ ਬਿੱਲੀ ਮਾਰੀ ਦਾ ਪਾਪ 7 ਵਾਰੀ ਗੰਗਾ ਨਹਾਏ ਤੋਂ ਵੀ ਨਹੀਂ ਲਹਿੰਦਾ। ਇਸ ਲਈ ਜਦੋਂ ਕਿਸੇ ਤੋਂ ਅਣਹੋਣੀ ਗੱਲ ਮਨਾਈ ਜਾਵੇ ਤਾਂ ਆਖਿਆ ਜਾਂਦਾ ਹੈ ਮੈਥੋਂ ਕੀ ਬਿੱਲੀ ਮਰ ਗਈ ਹੈ। ਬਿੱਲੀ ਬਾਰੇ ਕਹਿੰਦੇ ਹਨ ਕਿ
ਇਹ ਆਪਣੇ ਬਲੂੰਗੜੇ 7 ਦੇਹਲੀਆਂ ਟਪਾ ਕੇ ਫਿਰ ਉਹਨਾਂ ਦਾ ਸਾਥ ਛੱਡਦੀ ਹੈ। ਇੰਨੇ ਨੂੰ ਉਹਨਾਂ ਦੇ ਦੁੜੰਗੇ ਮਾਰਨ ਦੀ ਪ੍ਰੈਕਟਿਸ ਹੋ ਜਾਂਦੀ ਹੈ। ਰਾਤਾਂ ਨੂੰ ਕੁੱਤਿਆਂ ਦੀ ਉੱਚੀ ਉੱਚੀ ਰੋਣਾ ਪਿੰਡ ਵਿੱਚ ਕਿਸੇ ਜੀਅ ਦੇ ਨੁਕਸਾਨ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਪਿੰਡ ਵਿੱਚੋਂ ਜਿਨ੍ਹਾਂ ਜੀਆਂ ਨੂੰ ਲਿਜਾਣ ਆਉਂਦਾ ਹੈ ਜੀਆਂ ਨੂੰ ਲਿਜਾਣਾ ਹੁੰਦਾ ਹੈ, ਉਹਨਾਂ ਨੂੰ ਅਜ਼ਰਾਇਲ ਮੌਤ ਦੇ ਫਰਿਸ਼ਤੇ ਲੱਭਦੇ ਫਿਰਦੇ ਹਨ, ਕੁੱਤਿਆਂ ਨੂੰ ਦਿਸ ਪੈਂਦੇ ਹਨ। ਕੁੱਕੜੀ ਦਾ ਰਾਤ ਨੂੰ ਕੁੜਕਣਾ, ਕਾਵਾਂ ਦਾ ਕੁਰਲੀਆਂ ਕਰਨਾ ਭਿਆਨਕ ਹਾਲਾਤ ਵਾਪਰਨ ਦੇ ਸੂਚਕ ਸਮਝੇ ਜਾਂਦੇ ਹਨ। ਅੱਗੇ ਰਾਤੀ ਦੀਵਾ ਬੁਝਾਉਣ ਵੇਲੇ ਕਹਿੰਦੇ ਹਨ ਦੀਵਾ ਫੂਕ ਮਾਰ ਕੇ ਬੁਝਾਉਣਾ ਮਾੜਾ ਹੁੰਦਾ ਹੈ। ਦੀਵੇ ਦੀ ਬੱਤੀ ਥੱਲੇ ਖਿੱਚ ਦੇਣੀ ਚਾਹੀਦੀ ਹੈ, ਜਿਸ ਨੂੰ ਦੀਵਾ ਵੱਡਾ ਕਰਨਾ ਕਹਿੰਦੇ ਹਨ। ਕਈ ਸਿਆਣੀਆਂ ਬੁੜੀਆਂ ਦੀਵਾ ਬੁਝਾਉਣ ਵੇਲੇ ਇਹ ਟੱਪੇ ਵੀ ਆਖਦੀਆਂ ਹਨ ਤਾਂ ਜੋ ਆਉਣ ਵਾਲੀ ਰਾਤ ਸ਼ੁਭ ਸ਼ਗਨਾਂ ਵਾਲੀ ਆਵੇ। ਜਾ ਦੀਵਿਆ ਘਰ ਆਪਣੇ ਸੁੱਖ ਵਸਾਈ ਰਾਤ, ਰਿਜ਼ਕ ਲਿਆਈ ਭਾਲ ਕੇ ਤੇਲ ਲਿਆਈ ਸਾਥ। ਅੱਗੇ ਮੁੱਕਦੀ ਗੱਲ ਇਹ ਹੈ ਕਿ ਸਾਡੀ ਪਹਿਲੀ ਪੀੜ੍ਹੀ ਦੇ ਬਹੁਤ ਲੋਕ ਤਾਂ ਇਹਨਾਂ ਵਹਿਮਾਂ ਭਰਮਾਂ ਵਿੱਚ ਯਕੀਨ ਰੱਖਦੇ ਹਨ, ਪਰ ਵਿਗਿਆਨਿਕ ਸੋਚ ਵਾਲੀ ਨਵੀਂ ਪੀੜ੍ਹੀ ਕਿਸੇ ਵੀ ਵਹਿਮ ਭਰਮ ਨੂੰ ਵਿਗਿਆਨਿਕ ਨਜ਼ਰ ਨਾਲ ਪਰਖਦੀ ਹੈ ਅਤੇ ਸਾਰੇ ਵਹਿਮਾਂ ਭਰਮਾਂ ਨੂੰ ਰੱਦ ਕਰਦੀ ਜਾ ਰਹੀ ਹੈ। ਜਿਉਂ-ਜਿਉਂ ਵਿੱਦਿਆ ਦਾ ਚਾਨਣ ਫੈਲ ਰਿਹਾ ਹੈ, ਇਹਨਾਂ ਵਹਿਮਾਂ ਭਰਮਾਂ ਦਾ ਘਟਣਾ ਜ਼ਰੂਰੀ ਹੈ। ਪਿਆਰੇ ਬੱਚਿਓ, ਥੋੜ੍ਹੀ ਜਿਹੀ ਵੀਡੀਓ ਬੜੀ ਹੈ। ਕਲਾਸ ਵੀ ਸਾਡੀ ਜਦੋਂ ਰੈਗੂਲਰ ਹੁੰਦੀ ਹੈ, ਕਲਾਸ ਵੀ 45 ਮਿੰਟ ਦੀ ਹੁੰਦੀ ਹੈ। ਚਲੋ ਫਿਰ ਵੀ ਇਹ 17 ਮਿੰਟ ਦੀ ਵੀਡੀਓ ਹੈ। ਬਾਰ-ਬਾਰ ਦੇਖਣਾ, ਬਾਰ-ਬਾਰ ਸੁਣਨਾ। ਇੱਕ ਲੈਸਨ ਨੂੰ ਕਲਾਸ ਵਿੱਚ ਇੱਕ ਹਫ਼ਤਾ ਸਾਰਾ ਪੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਤੁਸੀਂ ਵੀ ਇਸ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਹੈ, ਪੜ੍ਹਨ ਦੀ ਵੀਡੀਓ ਨੂੰ। ਇਹ ਨਹੀਂ ਵੀ ਥੋੜ੍ਹੀ ਜਿਹੀ ਦੇਖ ਕੇ ਛੱਡ ਦਿੱਤੀ, ਕਿਉਂਕਿ ਥੋੜ੍ਹਾ ਪੜ੍ਹਨ ਨਾਲ ਸੁਣਨ ਨਾਲ ਫਿਰ ਉਸਦੇ ਕੁਐਸਚਨ ਆਨਸਰ ਕਲੀਅਰ ਨਹੀਂ ਹੁੰਦੇ। ਜੇਕਰ ਨਾਲ ਸਾਰਾ ਪੜ੍ਹ ਲਾਂਗੇ, 2-4 ਵਾਰ ਵੀਡੀਓ ਸੁਣਾਂਗੇ, ਫਿਰ ਸਾਨੂੰ ਕੁਛ ਕੁਐਸਚਨਾਂ ਬਾਰੇ ਜਾਣਕਾਰੀ ਹੋ ਜਾਏਗੀ। ਇਸ ਦੇ ਕੁਐਸਚਨਾਂ ਦੀ ਵੀ ਵੀਡੀਓ ਬਣਾਈ ਜਾਏਗੀ, ਸ਼ਾਰਟ ਕੁਐਸਚਨਾਂ ਦੀ। ਉਸ ਨੂੰ ਵੀ ਤੁਸੀਂ ਦੇਖਣਾ ਔਰ ਇਸ ਨੂੰ ਵੀ ਸੁਣਨਾ ਹੈ ਬਾਰ-ਬਾਰ। ਹਰ ਬੱਚੇ ਨੇ ਇਹ 4-5 ਵਾਰ ਵੀਡੀਓ ਸੁਣਨੀ ਹੈ ਤਾਂ ਜੋ ਤੁਹਾਨੂੰ ਲੈਸਨ ਬਾਰੇ ਜਾਣਕਾਰੀ ਹੋਏ, ਲੈਸਨ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ, ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਗਈਆਂ। ਠੀਕ ਹੈ, ਵੀਡੀਓ ਨੂੰ ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ। ਬਾਰ-ਬਾਰ ਕਿਹਾ ਜਾਂਦਾ ਹੈ ਵੀ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ, ਵੀਡੀਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਮਿਲ ਸਕਣ। ਥੈਂਕ ਯੂ।